दो धड़ करन बहादरां वाहन सरवाहियां सरवाहियां तलवारां। जंगी मैदान ਵਿੱਚ चलदियां तलवारां बहादुर ਦੇ ਸਰੀਰਾਂ ਨੂੰ ਦੋ ਫਾੜ ਕਰਕੇ ਸੁੱਟ ਰਹੀਆਂ ਸਨ। ਜੋ ਸਰਵਾਈਆਂ ਸੀ ਤਲਵਾਰਾਂ ਸਨ, ਦੋ ਧੜ ਕਰ ਰਹੀਆਂ ਸਨ, ਬਹਾਦਰਾਂ ਨੂੰ ਚੀਰਦੀਆਂ ਜਾ ਰਹੀਆਂ ਸਨ। ਜਿਵੇਂ ਟਿੰਡਾ ਲਾ ਘੁਮਿਆਰਾਂ ਧਰਿਆ ਚੱਕ ਤੋਂ। ਸੂਰਮਿਆਂ ਦੇ ਵੱਡੇ ਹੋਏ ਅਣਗਿਣਤ ਸਿਰ ਘੱਟੇ ਵਿੱਚ ਇਸ ਤਰ੍ਹਾਂ ਰੁਲ ਰਹੇ ਸਨ ਜਿਵੇਂ ਘੁਮਿਆਰ ਨੇ ਚੱਕ ਤੋਂ ਟਿੰਡਾਂ ਲਾ ਲਾ ਕੇ ਰੱਖੀਆਂ ਹੋਣ, ਜਾਂ ਜਿਵੇਂ ਬਾਜ਼ਾਰ ਵਿੱਚ ਹਦਵਾਣੀਆਂ ਦੀਆਂ ਢੇਰੀਆਂ ਲੱਗੀਆਂ ਹੋਣ। ਜਿਵੇਂ ਘੁਮਿਆਰ ਨੇ ਚੱਕ ਕੇ ਟਿੰਡਾਂ ਲਾ ਲਾ ਕੇ ਰੱਖੀਆਂ ਹੋਣ, ਇਸ ਤਰ੍ਹਾਂ ਜੋ ਸੂਰਮਿਆਂ ਦੇ ਸਿਰ ਰੁਲ ਰਹੇ ਸਨ ਜੰਗ ਦੇ ਮੈਦਾਨ ਵਿੱਚ। ਤਿਵੇਂ ਸਿਰੀਆਂ ਬੇਸ਼ੁਮਾਰਾਂ ਘੱਟੇ ਰੁਲਦੀਆਂ, ਅਤੇ ਇਸ ਤਰ੍ਹਾਂ ਉਹਨਾਂ ਦੇ ਸਿਰ ਸਨ ਜੋ ਯੋਧਿਆਂ ਦੇ ਇਸ ਤਰ੍ਹਾਂ ਯੁੱਧ ਵਿੱਚ ਮਿੱਟੀ ਵਿੱਚ ਰੁਲ ਰਹੇ ਸਨ। ਜਿਵੇਂ ਤਰਬੂਜ ਬਾਜ਼ਾਰਾਂ ਦਿਸਣ ਢੇਰੀਆਂ, ਅਤੇ ਜਿਸ ਤਰ੍ਹਾਂ ਤਰਬੂਜ ਹਦਵਾਣਿਆਂ ਦੀਆਂ ਢੇਰੀਆਂ ਲੱਗੀਆਂ ਹੋਣ ਬਾਜ਼ਾਰ ਵਿੱਚ, ਇਸ ਤਰ੍ਹਾਂ ਸਿਰ ਪਏ ਸਨ ਯੁੱਧ ਦੇ ਮੈਦਾਨ ਵਿੱਚ। ਉਹਨਾਂ ਕੀਤੀ ਬਾਢ ਹਥਿਆਰਾਂ 7.5 ਕੋ। ਬਾਢ ਵਾਢੀ, ਬਾਢ ਦਾ ਅਰਥ ਹੈ ਵਾਢੀ। ਤਲਵਾਰਧਾਰੀ ਬਹਾਦਰਾਂ ਨੇ ਹਥਿਆਰਾਂ ਨਾਲ 7.5 ਕੋਹ ਦੇ ਖੇਤਰ ਵਿੱਚ ਬੰਦੇ ਵੱਢ ਵੱਢ ਕੇ ਰੱਖ ਦਿੱਤੇ ਸਨ। ਜਿਉਂ ਖਾਦੀ ਭਾਂਜ ਕੁਫਾਰਾਂ ਅੱਗੇ ਅਲੀ ਨੇ। ਕੁਫਾਰਾਂ ਦਾ ਅਰਥ ਹੈ ਕਾਫਰਾਂ। ਉਹਨਾਂ ਦੇ ਵੱਡੇ ਹੋਏ ਬੰਦੇ ਇਸ ਤਰ੍ਹਾਂ ਦਿਖਾਈ ਦੇ ਰਹੇ ਸਨ ਜਿਵੇਂ ਹਜ਼ਰਤ ਅਲੀ ਕੌਣ? ਹਜ਼ਰਤ ਅਲੀ ਤੋਂ ਭਾਂਜ ਖਾਣ ਵਾਲੇ ਸੂਰਮੇ ਦੂਰ ਦੂਰ ਤੱਕ ਥਾਂ ਥਾਂ ਮਰੇ ਹੋਏ ਸਨ। ਜਿਉਂ ਟੁੱਟੀ ਕਾਂਗ ਸੈਸਾਰਾਂ ਮਗਰਮੱਛ ਕਾਂਗ ਹੜ। ਕਾਂਗ ਸੈਸਾਰਾਂ ਜਿਵੇਂ ਹੜ੍ਹ ਦੇ ਪਾਣੀ ਦੇ ਇੱਕ ਦਮ ਲਹਿ ਜਾਣ ਕਾਰਨ ਮਗਰਮੱਛ ਬਰੇਤਿਆਂ ਵਿੱਚ ਪਏ ਹੋਣ। ਜਦੋਂ ਹੜ੍ਹ ਆ ਕੇ ਪਾਣੀ ਉਤਰ ਜਾਂਦਾ ਹੈ ਤਾਂ ਮਗਰਮੱਛ ਪਏ ਹੋਣ ਰੇਤਿਆਂ ਵਿੱਚ, ਇਸ ਤਰ੍ਹਾਂ ਜੋ ਸੂਰਮਿਆਂ ਦੇ ਸਿਰ ਪਏ ਸਨ ਯੁੱਧ ਦੇ ਮੈਦਾਨ ਵਿੱਚ। ਕੱਲ ਤੇ ਨਾਰਦ ਗਾਰਾਂ ਛੱਪੇ ਮੌਤ ਤੀ। ਗਾਰਾਂ ਦਾ ਅਰਥ ਹੈ ਖੁੰਦਰਾ। ਮੌਤ ਦੇ ਇਸ ਭਿਆਨਕ ਦ੍ਰਿਸ਼ ਨੂੰ ਦੇਖ ਕੇ ਕੱਲ ਤੇ ਨਾਰਦ ਆਦਮੀਆਂ ਦਾ ਮਾਸ ਖਾਣ ਅਤੇ ਲਹੂ ਪੀਣ ਦੀਆਂ ਕੁਝ ਸ਼ਕਤੀਆਂ ਕੱਲ ਤੇ ਨਾਰਦ ਡਰਦੇ ਹੋਏ ਪਹਾੜਾਂ ਦੀਆਂ ਖੁੰਦਰਾਂ ਵਿੱਚ ਜਾ ਛਿਪੇ। ਪਹਾੜਾਂ ਦੀਆਂ ਖੁੰਦਰਾਂ, ਗਾਰਾਂ ਮਿੰਜ ਖੁੰਦਰਾਂ। ਅਤੇ ਉਹ ਕੱਲ ਤੇ ਨਾਰਦ ਜੋ ਲਹੂ ਖਾਣ ਵਾਲੀਆਂ ਸ਼ਕਤੀਆਂ ਸਨ, ਲਹੂ ਪੀਣ ਵਾਲੀਆਂ ਅਤੇ ਮਾਸ ਖਾਣ ਵਾਲੀਆਂ ਸ਼ਕਤੀਆਂ ਵੀ ਇਸ ਯੁੱਧ ਦੇ ਭਿਆਨਕ ਦ੍ਰਿਸ਼ ਤੋਂ ਡਰ ਕੇ ਪਹਾੜਾਂ ਵਿੱਚ ਲੁਕ ਗਈਆਂ ਸਨ। ਪਰ ਇਜ਼ਰਾਇਲ ਨਾ ਸਾਰਾ ਮੁੱਲੇ। ਸਾਰਾਂ ਦਾ ਅਰਥ ਹੈ ਖਬਰਾਂ, ਹਿਸਾਬ ਕਿਤਾਬ। ਮੁੱਲੇ ਲੱਦੀਆਂ। ਇੱਥੇ ਇੰਨੀਆਂ ਮੌਤਾਂ ਹੋਈਆਂ ਸਨ ਕਿ ਮੌਤ ਦੇ ਫਰਿਸ਼ਤੇ ਇਜ਼ਰਾਇਲ ਨੂੰ ਮੋਏ ਹੋਏ ਬੰਦਿਆਂ ਦੇ ਹਿਸਾਬ ਕਿਤਾਬ ਦੀ ਸੁੱਧ ਬੁੱਧ ਭੁੱਲ ਗਈ ਸੀ। ਇਜ਼ਰਾਇਲ ਨੂੰ ਫਰਿਸ਼ਤੇ ਇਜ਼ਰਾਇਲ ਦੀ ਗੱਲ ਕੀਤੀ ਗਈ ਹੈ। ਫਰਿਸ਼ਤੇ ਇਜ਼ਰਾਇਲ ਨੂੰ ਵੀ ਇਹਨਾਂ ਦਾ ਹਿਸਾਬ ਕਿਤਾਬ ਨਹੀਂ ਸੀ ਆ ਰਿਹਾ। ਇੰਨੀਆਂ ਮੌਤਾਂ ਹੋ ਗਈਆਂ ਸਨ ਯੁੱਧ ਦੇ ਮੈਦਾਨ ਵਿੱਚ। ਅਫਜ਼ਲ ਕੁਲੀ ਮੈਦਾਨ ਵਿੱਚ ਦੋਵੇਂ ਕੁਛ ਸਵਾਰੇ। ਉਹ ਛੇੜ ਅਰਾਕੀ ਪਲਕਿਆਂ ਕਰਦਾ ਲਲਕਾਰੇ। ਅਰਾਕੀ ਬਈ ਇੱਕ ਘੋੜਿਆਂ ਦੀ ਨਸਲ ਦਾ ਨਾਮ ਹੈ। ਅਫਜ਼ਲ ਕੁਲੀ ਨਾਦਰ ਸ਼ਾਹ ਦੀ ਫੌਜ ਦਾ ਇੱਕ ਸਰਦਾਰ। ਨਜਾਬਤ ਲਿਖਦਾ ਹੈ, ਨਾਦਰ ਸ਼ਾਹ ਦੀ ਫੌਜ ਵੱਲੋਂ ਅਫਜ਼ਲ ਕੁਲੀ ਮੁੱਛਾਂ ਨੂੰ ਤਾਣ ਦਿੰਦਾ ਹੋਇਆ ਮੈਦਾਨ ਵਿੱਚ ਅੱਗੇ ਵਧਿਆ। ਅਫਜ਼ਲ ਕੁਲੀ ਮੈਦਾਨ ਵਿੱਚ ਦੋਵੇਂ ਮੁੱਛਾਂ ਨੂੰ ਸਵਾਰਦਾ ਹੋਇਆ ਉਹ ਮੈਦਾਨ ਵਿੱਚ ਅੱਗੇ ਵਧਿਆ। ਉਹ ਛੇੜ ਇਰਾਕੀ ਪਲਕਿਆਂ ਕਰਦਾ ਲਲਕਾਰੇ, ਅਤੇ ਉਹ ਆਪਣੇ ਇਰਾਕੀ ਘੋੜੇ ਨੂੰ ਅੱਡੀ ਲਾ ਕੇ ਤੇਜ਼ ਕੀਤਾ ਅਤੇ ਲਲਕਾਰਦਾ ਹੋਇਆ ਦੁਸ਼ਮਣਾਂ ਉੱਪਰ ਝਪਟਿਆ। ਹੋ ਸੱਜਿਓ ਮਿਰਜ਼ਾ ਨੂਰ ਬੇਗ ਨੂੰ ਆਣ ਪੁਕਾਰੇ। ਉਹ ਆਪਣੇ ਇਰਾਕੀ ਘੋੜਿਆਂ ਨੂੰ ਛੇੜ ਕੇ ਕਿਸ ਨੂੰ
ਉਸਨੇ ਸੱਜੇ ਪਾਸੇ ਵੱਲੋਂ ਮਿਰਜ਼ਾ ਨੂਰ ਬੇਗ ਨੂੰ ਵੰਗਾਰਿਆ। ਮਿਰਜ਼ਾ ਨੂਰ ਬੇਗ ਨੂੰ ਵੰਗਾਰਿਆ ਸੱਜੇ ਪਾਸੇ ਤੋਂ। ਖਾ ਗੁੱਸਾ ਪਰਤਿਆ ਨੂਰ ਬੇਗ ਦਿਲ ਫਿਰੀ ਕਰਾਰੇ। ਉਸ ਦੀ ਇਸ ਵੰਗਾਰ ਨੂੰ ਸੁਣ ਕੇ ਮਿਰਜ਼ਾ ਨੂਰ ਬੇਗ ਦੇ ਦਿਲ ਵਿੱਚ ਬੜਾ ਗੁੱਸਾ ਆਇਆ। ਉਹ ਜੰਗ ਲਈ ਵਾਪਸ ਮੁੜ ਪਿਆ ਦਿਲ ਫਿਰੀ ਕਰਾਰੇ, ਕਿਉਂਕਿ ਅਫਜ਼ਲ ਕੁਲੀ ਦੀ ਵੰਗਾਰ ਨੇ ਉਹਨਾਂ ਦਾ ਸੀਨਾ ਵਿੰਨ ਸੁੱਟਿਆ ਸੀ। ਜਿਉਂ ਵਿਰਸਿਆ ਹੋਇਆ ਮਾਰ ਕੇ ਹੜਸੇਰ ਚਾ ਮਾਰੇ। ਵਿਰਸਿਆ ਜ਼ਖਮ ਖਾ ਕੇ ਗੁੱਸੇ ਵਿੱਚ ਆਇਆ ਉਹ, ਜਿਵੇਂ ਕਿ ਸ਼ੇਰ ਜ਼ਖਮੀ ਸ਼ੇਰ ਆਪਣੇ ਸ਼ਿਕਾਰ 'ਤੇ ਝਪਟਦਾ ਹੈ, ਇਸ ਤਰ੍ਹਾਂ ਗੁੱਸੇ ਵਿੱਚ ਉਹ ਆਇਆ। ਸ਼ੇਰ ਵਾਂਗ ਝਪਟ ਕੇ ਸ਼ਿਕਾਰ ਉੱਤੇ ਝਪਟ ਪੈਂਦਾ ਹੈ। ਇੰਝ ਹੀ ਮਿਰਜ਼ਾ ਨੂਰ ਬੇਗ ਅਫਜ਼ਲ ਕੁਲੀ ਉੱਤੇ ਝਪਟ ਪਿਆ ਸੀ। ਉਹ ਜੁਟ ਪਏ ਦੋ ਸੂਰਮੇ ਰਮ ਗਾਗੇ ਹਾਰੇ। ਗਾਗੇ ਹਾਰੇ ਬਹੁਤ ਹੀ ਤਜਰਬੇਕਾਰ ਦੋਨੋਂ ਸੂਰਮੇ ਸਨ। ਜੋ ਗਾਗੇ ਹਾਰੇ ਦਾ ਅਰਥ ਹੈ ਤਜਰਬੇਕਾਰ। ਉਹ ਦੋਵੇਂ ਸੂਰਮੇ ਜੋ ਯੁੱਧ ਕਲਾ ਵਿੱਚ ਬੜੇ ਉਸਤਾਦ ਸਨ, ਬੜੇ ਤਜਰਬੇਕਾਰ ਸਨ, ਲੜਾਈ ਵਿੱਚ ਡਟ ਗਏ। ਜਿਉਂ ਕਰ ਉੱਤੇ ਅਹਿਰ ਨੇ ਤਾਂ ਧਰੇ ਲੁਹਾਰੇ। ਅਹਿਰ ਨੇ ਲੋਹੇ ਦਾ ਵੱਡਾ ਟੁਕੜਾ, ਜਿਵੇਂ ਲੁਹਾਰ ਨੇ ਅਹਿਰਨ ਉੱਤੇ ਲੋਹਾ ਗਰਮ ਕਰਕੇ ਰੱਖਿਆ ਹੋਵੇ ਤੇ ਉਸ ਉੱਤੇ ਵਦਾਣ ਨਾਲ ਸੱਟਾਂ ਪੈ ਰਹੀਆਂ ਹੋਣ, ਇਸ ਤਰ੍ਹਾਂ ਹੀ ਉਹ ਸੂਰਮੇ ਪੱਬਾਂ ਭਾਰ ਹੋ ਕੇ ਸਾਰਾ ਜ਼ੋਰ ਲਾ ਕੇ ਇੱਕ ਦੂਜੇ ਉੱਤੇ ਵਾਰ ਕਰ ਰਹੇ ਸਨ। ਕਰ ਝੜ ਕੜਕ ਕੜਾਕ ਕੜਕ ਢਾਲੀ ਬਲਖਾਰੇ। ਬਲਖਾਰੇ ਦਾ ਅਰਥ ਹੈ ਬਈ ਸੂਰਮੇ। ਤੇ ਉਹਨਾਂ ਬਹਾਦਰ ਯੋਧਾ ਦੀਆਂ ਢਾਲਾਂ ਕੜਕੜ ਕਰਦੀ ਆਵਾਜ਼ ਇਸ ਤਰ੍ਹਾਂ ਦੀ ਸੀ, ਜਿਸ ਤਰ੍ਹਾਂ ਕਿ ਵੱਜ ਕੇ ਢਾਲਾਂ ਦੀਆਂ ਗੱਡੀਆਂ ਹੀ ਉਹਨਾਂ ਦੇ ਹੱਥਾਂ ਵਿੱਚ ਰਹਿ ਗਈਆਂ ਤੇ ਬਾਹਰਲੇ ਕੰਡੇ ਭੁਰ ਗਏ ਸਨ। ਤਲਵਾਰਾਂ ਦੇ ਇਸ ਤਰ੍ਹਾਂ ਖੜਕ ਰਹੀਆਂ ਸਨ ਉਹਨਾਂ ਦੀਆਂ। ਹੱਥੇ ਰਹੀਆਂ ਗੱਡੀਆਂ ਉੱਡ ਗਏ ਕਿਨਾਰੇ, ਤੇ ਉਹਨਾਂ ਦੀਆਂ ਤਲਵਾਰਾਂ ਦੇ ਕਿਨਾਰੇ ਉੱਡ ਗਏ ਸਨ। ਬਸ ਉਹਨਾਂ ਦੇ ਹੱਥ ਵਿੱਚ ਛੋਟਾ ਟੁਕੜਾ ਹੀ ਰਹਿ ਗਿਆ ਸੀ। ਤਲਵਾਰਾਂ ਉਹਨਾਂ ਦੀਆਂ ਘਸ ਗਈਆਂ ਸਨ, ਉੱਡ ਗਈਆਂ ਸਨ ਲੜ ਕੇ। ਜੋ ਆਤਿਸ਼ਬਾਜ਼ਾਂ ਫੁੱਕਿਆ ਫੁੱਲਝੜੀ ਹਨਾਰੇ। ਜਿਸ ਤਰ੍ਹਾਂ ਆਤਿਸ਼ਬਾਜ਼ੀ ਜਲ ਕੇ ਬੁਝ ਗਈ ਹੋਵੇ। ਆਤਿਸ਼ਬਾਜ਼ੀ ਫੁੱਲਝੜੀ ਜਾਂ ਅਨਾਰ ਨੂੰ ਚਲਾਉਣ ਦੇ ਮਗਰੋਂ ਕੇਵਲ ਖੋਲ ਹੀ ਬਾਕੀ ਰਹਿ ਗਿਆ ਹੋਵੇ। ਉਹ ਚੱਪਾ ਚੱਲ ਨਹੀਂ ਜਾਣਦਾ, ਹੈਣ ਵੱਡੇ ਹੈ ਸਿਆਰੇ। ਦੋਵੇਂ ਆਪਣੀ ਲੜਾਈ ਵਿੱਚ ਇਸ ਤਰ੍ਹਾਂ ਲੜ ਰਹੇ ਸਨ ਜਿਵੇਂ ਆਤਿਸ਼ਬਾਜ਼ੀਆਂ ਬਸ ਲੜ ਰਹੀਆਂ ਹੋਣ ਆਪਸ ਵਿੱਚ। ਆਤਿਸ਼ਬਾਜ਼ੀਆਂ ਫੁੱਲਝੜੀ ਅਨਾਰ ਚੱਲ ਰਹੇ ਹੋਣ। ਪਰ ਵੇਖ ਰਜਾ ਖੁਦਾ ਦੀ ਕੌਣ ਜਿੱਤੇ ਕੌਣ ਹਾਰੇ। ਉਹ ਦੋਵੇਂ ਲੜ ਕੇ ਆਪਣੀ ਥਾਂ ਤੋਂ ਚੋਪਾ ਵੀ ਪਿੱਛੇ ਨਾ ਹਟੇ, ਪਰ ਦੋਹੇ ਰੱਬ ਦੀ ਮਰਜ਼ੀ ਸੀ। ਇਸ ਤਰ੍ਹਾਂ ਹੀ ਕਿਸ ਨੇ ਜਿੱਤਣਾ ਹੈ, ਕਿਸ ਨੇ ਹਾਰਨਾ ਹੈ, ਇਹ ਤਾਂ ਉਸ ਰੱਬ ਦੇ ਹੱਥ ਵਿੱਚ ਸੀ। ਪਰ ਦੇਖੋ ਰੱਬ ਦੀ ਕੀ ਮਰਜ਼ੀ ਹੈ ਕਿ ਉਹ ਕਿਸ ਨੂੰ ਜਿਤਾਉਂਦਾ ਹੈ ਤੇ ਕਿਸ ਨੂੰ ਹਰਾਉਂਦਾ ਹੈ। ਨਾਦਰ ਤੁਬਕ ਵਜੂਤਿਆ ਸਾਰ ਦਾਨੇ ਘੜੀ ਫਿਰੰਗੀ ਦੀ। ਤੁਬਕ ਛੋਟੀ ਬੰਦੂਕ, ਵਜੂਦਿਆ ਸਾਰ ਦਾਨੇ, ਵਜੂਦਿਆ ਫੜੀ, ਸਾਰ ਲੋਹਾ। ਨਜਾਬਤ ਲਿਖਦਾ ਹੈ ਕਿ ਨਾਦਰ ਦੇ ਬੰਦੂਕ ਫੜ ਲਈ, ਜਿਸ ਦਾ ਲੋਹਾ ਯੂਰਪ ਦੇ ਸਿਆਣੇ ਕਾਰੀਗਰਾਂ ਦਾ ਘੜਿਆ ਹੋਇਆ ਸੀ। ਨਾਦਰ ਸ਼ਾਹ ਨੇ ਇੱਕ ਬੰਦੂਕ ਫੜੀ ਹੋਈ ਸੀ। ਇਸ ਬੰਦੂਕ ਫਿਰੰਗੀਆਂ ਵੱਲੋਂ ਘੜੀ ਹੋਈ ਸੀ। ਉਹਦੀ ਮਾਂ ਕਲ ਤੇ ਪਿਓ ਨਾਰਦ, ਉਹ ਸਕੀ ਭੈਣ ਭੁਜੰਗ ਦੀ। ਤੇ ਉਸਦੀ ਬੰਦੂਕ ਦੀ ਤੁਲਨਾ ਕਰਦਾ ਹੈ ਕਵੀ ਇਸ ਬੰਦੂਕ ਦੀ, ਜੋ ਮਾਂ ਕਲ ਸੀ ਅਤੇ ਉਸਦਾ ਪਿਓ ਨਾਰਦ ਸੀ, ਤੇ ਇਹ ਝੜੱਪੇ ਸੱਪ ਦੀ ਭੈਣ ਸੀ। ਵਿਨਾਸ਼ਕਾਰੀ ਸ਼ਕਤੀਆਂ ਨਾਲ ਨਾਦਰ ਸ਼ਾਹ ਦੀ ਬੰਦੂਕ ਦੀ ਤੁਲਨਾ ਕਰਦਾ ਹੈ। ਉਹ ਅੜੇ ਨਾ ਸਿਰਾਂ ਬਖਤਰਾਂ, ਰਤ ਪੀਂਦੀ ਮੂਲ ਨਾ ਸੰਗਦੀ। ਬਖਤਰਾਂ ਲੋਹੇ ਦੀ ਪੋਸ਼ਾਕ
ਇਸ ਦੀ ਗੋਲੀ ਨੂੰ ਲੋਹੇ ਦੇ ਜ਼ਰਾ ਬਰਕਤ ਵੀ ਨਹੀਂ ਸੀ ਤੇ ਉਸ ਨੂੰ ਕੋਈ ਰੋਕ ਨਹੀਂ ਸਕਦਾ। ਇਹ ਮਨੁੱਖੀ ਲਹੂ ਪੀਣ ਲੱਗੀ ਜ਼ਰਾ ਵੀ ਨਹੀਂ ਸੀ ਸ਼ਰਮਾਉਂਦੀ। ਉਹ ਧਰ ਤਲੀ ਤੇ ਛੱਡੀਆਂ ਛੇੜ ਪਿੱਠ ਦਹੀਆਂ ਤੂੰ ਜੰਗ ਘੋੜਾ। ਇਸ ਵਿੱਚੋਂ ਨਿਕਲੀ ਹੋਈ ਗੋਲੀ ਇਸ ਤਰ੍ਹਾਂ ਲੱਗਦਿਆਂ ਹੀ ਖਾਨ ਦੋਰਾ ਘੋੜੇ ਦੀ ਪਿੱਠ ਤੋਂ ਡਿੱਗ ਪਿਆ। ਜਦੋਂ ਨਾਦਰ ਸ਼ਾਹ ਨੇ ਗੋਲੀ ਚਲਾਈ ਤਾਂ ਖਾਨ ਦੌਰ ਸੀ ਜੋ ਉਹ ਘੋੜੇ ਤੋਂ ਡਿੱਗ ਪਿਆ। ਨਜਾਬਤ ਗੱਲਾਂ ਅਗਲੀਆਂ ਵੱਡੀ ਗੋਟ ਮਾਰੀ ਸ਼ਤਰੰਜ ਦੀ। ਸ਼ਤਰੰਜ ਦੀ ਸਭ ਤੋਂ ਵੱਡੀ ਗੋਟ ਭਾਵ ਸੈਨਾਪਤੀ। ਅੱਗੇ ਜੋ ਹੋਵੇਗਾ ਉਹ ਰੱਬ ਜਾਣਦਾ ਹੈ। ਤੇ ਇਸ ਜੋ ਗੋਲੀ ਨਾਦਰ ਸ਼ਾਹ ਨੇ ਗੋਲੀ ਚਲਾਈ ਸੀ ਲੱਗਦਿਆਂ ਹੀ ਖਾਨ ਦੋਰਾ ਘੋੜੇ ਤੋਂ ਦੀ ਪਿੱਠ ਤੋਂ ਡਿੱਗ ਪਿਆ ਸੀ। ਨਜਾਬਤ ਗੱਲਾਂ ਅਗਲੀਆਂ, ਅੱਗੇ ਜੋ ਹੋਵੇਗਾ ਉਹ ਰੱਬ ਹੀ ਜਾਣਦਾ ਹੈ। ਪਰ ਇਸ ਸਮੇਂ ਤਾਂ ਨਾਦਰ ਨੇ ਖਾਨ ਦੋਰਾ ਨੂੰ ਮਾਰ ਲਿਆ ਸੀ। ਨਾਦਰ ਸ਼ਾਹ ਲਈ ਇਹ ਪ੍ਰਾਪਤੀ ਐਡੀ ਵੱਡੀ ਸੀ ਜਿਵੇਂ ਕਿਸੇ ਸ਼ਤਰੰਜ ਦੇ ਖਿਡਾਰੀ ਨੇ ਆਪਣੇ ਵਿਰੋਧੀ ਦੀ ਕੋਈ ਵੱਡੀ ਗੋਟ ਮਾਰ ਲਈ ਹੋਵੇ। ਗੋਟ ਸ਼ਤਰੰਜ ਦੀ ਖੇਡ ਵਿੱਚ ਇੱਕ ਸੈਨਾਪਤੀ ਨੂੰ ਕਿਹਾ ਜਾਂਦਾ ਹੈ।